ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਸੁਖਜੀਤ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਕੌਮੀ ਆਵਾਜ਼। ਕੌਮੀ ਆਵਾਜ਼ ਦੇ ਉੱਪਰ ਆਪਾਂ ਭਗਤ ਦਰਸ਼ਨ ਲੜੀ ਦਾ 6ਵਾਂ ਭਾਗ ਲੈ ਕੇ ਅੱਜ ਹਾਜ਼ਰ ਹੋਏ ਹਾਂ। ਅੱਜ ਆਪਾਂ ਭਗਤ ਰਮਾਨੰਦ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ। ਸੋ ਆਪਣੇ ਨਾਲ ਹਮੇਸ਼ਾ ਦੀ ਤਰ੍ਹਾਂ ਜੁੜ ਚੁੱਕੇ ਨੇ ਡਾਕਟਰ ਗੁਰਪ੍ਰੀਤ ਸਿੰਘ ਜੀ ਪੰਜਾਬ ਤੋਂ। ਸੋ ਆਓ ਆਪਾਂ ਡਾਕਟਰ ਗੁਰਪ੍ਰੀਤ ਸਿੰਘ ਜੀ ਹੋਣਾ ਤੋਂ ਭਗਤ ਰਮਾਨੰਦ ਜੀ ਦੇ ਜੀਵਨ ਬਾਰੇ ਜਿਹੜੀ ਆ ਉਹ ਜਾਣਕਾਰੀ ਲੈਂਦੇ ਆ। ਡਾਕਟਰ ਗੁਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਅਦਾਰਾ ਕੌਮੀ ਆਵਾਜ਼ ਵੱਲੋਂ ਤੁਹਾਡਾ ਇੱਕ ਨਿੱਘਾ ਸਵਾਗਤ ਆ। ਸੋ ਅੱਜ ਧੰਨਵਾਦ। ਆਪਾਂ ਭਗਤ ਰਮਾਨੰਦ ਜੀ ਦੇ ਜੀਵਨ ਦੇ ਉੱਪਰ ਜਿਹੜੀ ਆ ਉਹ ਆਪਾਂ ਗੱਲਬਾਤ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ ਆ। ਡਾਕਟਰ ਸਾਹਿਬ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਭਗਤ ਰਮਾਨੰਦ ਜੀ ਦਾ ਪਿਛੋਕੜ ਕੀ ਹੈ? ਭਗਤ ਰਾਮਾਨੰਦ ਜੀ ਜਿਹੜੇ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ 15 ਭਗਤ ਸਾਹਿਬਾਨ, ਉਹਨਾਂ 15 ਭਗਤ ਸਾਹਿਬਾਨ ਦੇ ਵਿੱਚੋਂ ਇੱਕ ਭਗਤ ਨੇ ਜੀ। ਇਹਨਾਂ ਸਾਰੇ ਭਗਤ ਸਾਹਿਬਾਨ ਦਾ ਜੇ ਆਪਾਂ ਦੇਖੀਏ ਤਾਂ ਬਹੁਤ ਸਾਰੇ 15 ਭਗਤ ਸਾਹਿਬਾਨ ਦੇ ਵਿੱਚੋਂ 5-6 ਭਗਤ ਸਾਹਿਬਾਨ ਅਜਿਹੇ ਹੋਏ ਨੇ ਜੋ ਭਗਤ ਰਾਮਾਨੰਦ ਜੀ ਦੀ ਦੇਖ ਰੇਖ ਦੇ ਹੇਠ ਜਿਹੜੇ ਆ ਨਿਰਗੁਣ ਭਗਤੀ ਵੱਲ ਜਿਹੜਾ ਆਉਂਦੇ ਨੇ। ਤੇ ਭਗਤ ਰਾਮਾਨੰਦ ਜੀ ਦਾ ਜਿੱਥੇ ਇੱਕ ਪਰਿਵਾਰਕ ਪਿਛੋਕੜ ਹੈ, ਉੱਥੇ ਇੱਕ ਲੰਮੇਰਾ ਜਿਹੜਾ ਵਾ ਉਹ ਭਗਤੀ ਲਹਿਰ ਦੇ ਵਿੱਚ ਵੀ ਇੱਕ ਜਿਹੜਾ ਪਿਛੋਕੜ ਹੈ। ਜਿਹੜੀ ਭਗਤੀ ਲਹਿਰ ਹੈ ਇਹਦੇ ਦੋ ਰੂਪ ਮਿਲਦੇ ਨੇ, ਇੱਕ ਰੂਪ ਹੈ ਨਿਰਗੁਣ ਰੂਪ, ਇੱਕ ਹੈ ਸਰਗੁਣ ਰੂਪ। ਤੇ ਜਿਹੜਾ ਭਾਰਤੀ ਦਰਸ਼ਨ ਹੈ, ਭਾਰਤੀ ਦਰਸ਼ਨ ਦੇ ਵਿੱਚ ਸਰਗੁਣ ਰੂਪ ਜਿਹੜਾ ਉਹ ਬਹੁਤ ਲੰਮੇਰਾ ਵੈਦਿਕ ਕਾਲ ਤੋਂ ਜਿਹੜਾ ਵਾ ਉਹ ਮਿਲਦਾ ਹੈ। ਪਰ ਇਸ ਸਰਗੁਣ ਰੂਪ ਦੇ ਵਿੱਚ ਕੁਝ ਭਗਤ ਸਾਹਿਬਾਨ ਦੇ ਉੱਪਰ ਜਿਹੜਾ ਵਾ ਉਹ ਜਦ ਰੱਬੀ ਕਿਰਪਾ ਹੁੰਦੀ ਹੈ, ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਤਾਂ ਉਹ ਫਿਰ ਨਿਰਗੁਣ ਭਗਤੀ ਵੱਲ ਜਿਹੜਾ ਵਾ ਉਹ ਪਰਤਦੇ ਨੇ। ਤੇ ਜਿਹੜੇ ਨਿਰਗੁਣ ਭਗਤੀ ਵੱਲ ਜਿਹੜੇ ਆ ਉਹ ਪਰਤੇ ਨੇ, ਉਹਨਾਂ ਨੂੰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਵਾ ਉਹ ਸਥਾਨ ਪ੍ਰਾਪਤ ਹੋਇਆ ਹੈ। ਇਹ ਨਿਰਗੁਣ ਭਗਤੀ ਤੇ ਸਰਗੁਣ ਭਗਤੀ ਜਿਹੜੀ ਆ ਉਹ ਇੱਕੋ ਸਮੇਂ ਦੇ ਉੱਤੇ ਜਿਹੜੀ ਆ ਉਹ ਚੱਲਦੀ ਰਹੀ ਹੈ। ਜਦੋਂ ਸਰਗੁਣ ਭਗਤੀ ਆਪਣੇ ਪੂਰੇ ਜ਼ੋਰ ਤੇ ਸੀ ਤਾਂ ਉਸ ਸਮੇਂ ਵੀ ਕਦੇ ਕਿਸੇ ਯੁੱਗ ਦੇ ਵਿੱਚ ਜਿਹੜੇ ਆ ਉਹ ਨਿਰਗੁਣ ਭਗਤ ਜਿਹੜੇ ਨੇ ਉਹ ਪੈਦਾ ਹੁੰਦੇ ਰਹੇ ਨੇ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਬਾਣੀ ਦੇ ਵਿੱਚ ਫਰਮਾਨ ਕੀਤਾ ਹੈ ਕਿ ਜੁਗ ਜੁਗ ਭਗਤੀ ਆਖ ਵਖਾਣੀ, ਕਿ ਜੁਗਾਂ ਦੇ ਵਿੱਚ ਜਿਹੜੀ ਆ ਉਹ ਪਰਮਾਤਮਾ ਦੀ ਭਗਤੀ ਜਿਹੜੀ ਆ ਹੁੰਦੀ ਰਹੀ। ਅਨਦਿਨ ਜਪਤ ਹਰ ਸਾਰੰਗ ਪਾਣੀ। ਤੇ ਇਹਨਾਂ ਯੁਗਾਂ ਦੇ ਵਿੱਚ, ਅਲੱਗ-ਅਲੱਗ ਯੁਗਾਂ ਦੇ ਵਿੱਚ ਕੋਈ ਅਜਿਹਾ ਭਗਤ, ਨਿਰਗੁਣ ਭਗਤ, ਉਸ ਪਰਮਾਤਮਾ ਦੀ ਭਗਤੀ ਵਾਲਾ ਭਗਤ ਵੀ ਹੋਇਆ ਜਿਸਨੇ ਰਾਤ ਦਿਨ ਜਿਹੜਾ ਉਸ ਥੰਮਣਹਾਰ ਵਾਹਿਗੁਰੂ ਦੀ ਜਿਹੜੀ ਆ ਉਹ ਭਗਤੀ ਜਿਹੜੀ ਆ ਉਹ ਕੀਤੀ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਇੱਕ ਸ਼ਬਦ ਦੇ ਰਾਹੀਂ ਅਜਿਹੇ ਭਗਤ ਸਾਹਿਬਾਨ ਦਾ ਜ਼ਿਕਰ ਕੀਤਾ ਹੈ ਕਿ ਹਰ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਕਿ ਹਰੇਕ ਯੁੱਗ ਦੇ ਵਿੱਚ, ਯੁਗਾਂ ਦੇ ਵਿੱਚ ਜਿਹੜੇ ਆ ਭਗਤ ਸਾਹਿਬਾਨ ਪੈਦਾ ਹੋਏ ਨੇ, ਜਿਨ੍ਹਾਂ ਦੀ ਪੈਜ ਜਿਹੜੀ ਆ, ਪੈਜ ਤੋਂ ਭਾਵ ਹੈ ਕਿ ਜਦੋਂ ਨਿਰਗੁਣ ਭਗਤੀ ਦੇ ਵਿੱਚ ਆਉਂਦੇ ਸਨ ਤਾਂ ਜਿਹੜੇ ਸਰਗੁਣ ਭਗਤੀ ਵਾਲੇ ਸਨ ਜਾਂ ਬ੍ਰਾਹਮਣਵਾਦ ਸੀ, ਉਹ ਬ੍ਰਾਹਮਣਵਾਦ ਇਹਨਾਂ ਦੇ ਵਿਰੋਧ ਦੇ ਵਿੱਚ ਖੜ ਜਾਂਦਾ ਸੀ, ਇਹਨਾਂ ਨੂੰ ਸਜ਼ਾਵਾਂ ਦੇਣ ਦੇ ਲਈ ਖੜ ਜਾਂਦਾ ਸੀ। ਤਾਂ ਫਿਰ ਉੱਥੇ ਵਾਹਿਗੁਰੂ ਵੱਲੋਂ ਜਿਹੜਾ ਸੀ ਉਹਨਾਂ ਦੀ ਪੈਜ ਰੱਖੀ ਜਾਂਦੀ ਸੀ, ਉਹਨਾਂ ਦੀ ਜਿਹੜੀ ਇੱਜ਼ਤ ਵਾ ਉਹ ਰੱਖੀ ਜਾਂਦੀ ਸੀ। ਇਸੇ ਨੂੰ ਗੁਰੂ ਰਾਮਦਾਸ ਜੀ ਨੇ ਫਰਮਾਇਆ ਹੈ ਕਿ ਹਰ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਾਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਇਹ ਸਾਰੇ ਸ਼ਬਦ ਦੇ ਵਿੱਚ ਜਿਹੜਾ ਵਾ ਇਹਨਾਂ ਜਿਹੜੇ ਹਰੇਕ ਯੁੱਗ ਦੇ ਵਿੱਚ ਜਾਂ ਕਈ ਯੁੱਗਾਂ ਦੇ ਵਿੱਚ ਜਿਹੜੇ ਭਗਤ ਸਾਹਿਬਾਨ ਹੋਏ ਨੇ ਉਸ ਨਿਰਗੁਣ ਪਰਮਾਤਮਾ ਦੀ ਭਗਤੀ ਵਾਲੇ, ਉਹਨਾਂ ਦਾ ਜਿਹੜਾ ਵਾ ਉਹ ਜ਼ਿਕਰ ਕੀਤਾ ਹੈ। ਪੁਰਾਤਨ ਹਜ਼ਾਰਾਂ ਸਾਲ ਪਹਿਲਾਂ ਜਿਹੜੇ ਅਜਿਹੀ ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਸਾਹਿਬਾਨ ਹੋਏ ਆ, ਉਹਨਾਂ ਦੀ ਬਾਣੀ ਤਾਂ ਨਹੀਂ ਮਿਲੀ, ਪਰ ਉਹਨਾਂ ਦੇ ਨਾਮ ਜਿਹੜੇ ਆ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੇ ਵਿੱਚ ਦਰਜ ਕਰ ਦਿੱਤੇ। ਜਿਵੇਂ ਭਗਤ ਧਰੂ ਜੀ ਦਾ ਜ਼ਿਕਰ ਆਉਂਦਾ ਹੈ, ਭਗਤ ਪ੍ਰਹਿਲਾਦ ਜੀ ਦਾ ਜ਼ਿਕਰ ਆਉਂਦਾ ਹੈ, ਭਗਤ ਕਾਮਲ ਜੀ ਦਾ ਜ਼ਿਕਰ ਆਉਂਦਾ ਹੈ। ਇਸ ਤਰ੍ਹਾਂ ਭਗਤ ਸਾਹਿਬਾਨ ਨੇ ਤੇ ਗੁਰੂ ਸਾਹਿਬਾਨ ਨੇ ਉਹਨਾਂ ਦਾ ਜਿਹੜਾ ਵਾ ਉਹ ਜ਼ਿਕਰ ਜਿਹੜਾ ਵਾ ਉਹ ਕੀਤਾ ਹੈ। ਇਸ ਤਰ੍ਹਾਂ ਸਿੱਖ ਪੰਥ ਦੇ ਪ੍ਰਗਟ ਹੋਣ ਤੋਂ ਥੋੜਾ ਸਮਾਂ ਪਹਿਲਾਂ ਜਿਹੜਾ ਵਾ ਉਹ ਵਾਹਿਗੁਰੂ ਨੇ ਜਿਹੜੀ ਚੱਲ ਰਹੀ ਭਗਤੀ ਲਹਿਰ ਦੀ ਜਿਹੜੀ ਸਰਗੁਣ ਧਾਰਾ ਸੀ, ਤੇ ਉਸ ਸਰਗੁਣ ਧਾਰਾ ਦੇ ਵਿੱਚੋਂ ਵੀ ਵਾਹਿਗੁਰੂ ਨੇ ਜਿਹੜੇ ਕੁਝ ਨਿਰਗੁਣ ਭਗਤ ਜਿਹੜੇ ਸੀ ਉਹ ਪੈਦਾ ਕਰ ਦਿੱਤੇ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਆ ਉਹ ਦਰਜ
ਇਹਨਾਂ ਦੇ ਵਿੱਚੋਂ ਹੀ ਇੱਕ ਭਗਤ ਜਿਹੜਾ ਸੀ ਨਿਰਗੁਣ ਭਗਤੀ ਵਾਲਾ, ਉਹ ਭਗਤ ਰਾਮਾਨੰਦ ਜੀ ਸਨ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਵਾ ਉਹ ਸਥਾਨ ਜਿਹੜਾ ਵਾ ਉਹ ਮਿਲਿਆ ਹੈ। ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਵੈਦਿਕ ਕਾਲ ਤੋਂ ਸਰਗੁਣ ਭਗਤੀ ਜਿਹੜੀ ਆ ਉਹ ਚੱਲ ਰਹੀ ਸੀ। ਵੈਦਿਕ ਕਾਲ ਦੇ ਵਿੱਚ ਵੇਦਾਂ ਦੇ ਸਮੇਂ ਸਰਗੁਣ ਭਗਤੀ ਜਿਹੜੀ ਆ, ਬਹੁਤ ਸਾਰੇ ਦੇਵਤਿਆਂ ਦੀ ਭਗਤੀ ਜਿਹੜੀ ਆ, ਉਪਨਿਸ਼ਦ ਕਾਲ ਦੇ ਵਿੱਚ, ਪੁਰਾਣ ਕਾਲ 'ਚ ਫਿਰ ਰਾਮ ਦੀ ਪੂਜਾ, ਰਮਾਇਣ ਆ ਜਾਂਦੀ ਹੈ। ਇਹ ਸਾਰੀ ਜਿਹੜੀ ਹੈ ਸਰਗੁਣ ਭਗਤੀ ਦੇ ਜਿਹੜੇ ਆ ਉਹ ਰੂਪ ਨੇ। ਤੇ ਇਸ ਕਾਲ ਤੋਂ ਬਾਅਦ ਮਹਾਭਾਰਤ ਰਾਮਾਇਣ ਦੇ ਕਾਲ ਤੋਂ ਬਾਅਦ ਜਿਹੜਾ ਵਾ, ਇਹ ਜਦੋਂ ਈਸਵੀ ਸਨ ਸ਼ੁਰੂ ਹੁੰਦੀ ਹੈ, ਤੇ ਕੋਈ 8ਵੀਂ ਈਸਵੀ ਦੇ ਵਿੱਚ ਜਿਹੜਾ ਵਾ ਫਿਰ ਅਦਵੈਤਵਾਦ ਜਿਹੜਾ ਵਾ ਉਹ ਆਉਂਦਾ ਹੈ। ਅਦਵੈਤਵਾਦ ਜਿਹੜਾ ਹੈ ਉਹ ਫਿਰ ਸ਼ੰਕਰਾਚਾਰੀਆ ਲੈ ਕੇ ਜਿਹੜਾ ਵਾ ਆਉਂਦਾ ਹੈ, ਜਿਸ ਨੂੰ ਆਪਾਂ ਵਿਦਾਂਤ ਸ਼ਾਸਤਰ ਜਿਹੜਾ ਵਾ ਉਹ ਕਹਿੰਦੇ ਆ। ਤੇ ਇਸ ਵਿਦਾਂਤ ਸ਼ਾਸਤਰ ਦੇ ਅੱਗੇ ਜਿਹੜੇ ਆ ਉਹ ਕਈ ਸ਼ਾਖਾਵਾਂ ਜਿਹੜੀਆਂ ਨੇ ਉਹ ਚੱਲੀਆਂ ਹਨ। ਤੇ ਅਦਵੈਤਵਾਦ ਜਿਹੜਾ ਸ਼ੰਕਰਾਚਾਰਿਆ ਦਾ ਚੱਲਿਆ, ਅਦਵੈਤਵਾਦ ਤੋਂ ਬਾਅਦ ਮੁੜ ਕੇ ਰਾਮਾਨੁਜ ਜੀ ਦਾ ਜਿਹੜਾ ਵਿਸ਼ਿਸ਼ਟ ਅਦਵੈਤਵਾਦ ਜਿਹੜਾ ਸੀ ਉਹ ਆਇਆ। ਇਸ ਤਰ੍ਹਾਂ ਦਵੈਤਵਾਦ ਜਿਹੜਾ ਉਹ ਨਿੰਬਾਰਕ ਜੀ ਦਾ ਜਿਹੜਾ ਸੀ ਉਹ ਆਇਆ। ਦਵੈਤਵਾਦ ਦੇ ਸਮਰਥਕ ਜਿਵੇਂ ਮਾਧਵਾਚਾਰੀਆ ਜੀ, ਉਹਨਾਂ ਦਾ ਜ਼ਿਕਰ ਮਿਲਦਾ ਹੈ। ਤੇ ਵਲਭਾਚਾਰੀ ਜੀ ਨੇ ਜਿੱਦਾਂ ਸ਼ੁੱਧ ਦਵੈਤਵਾਦ ਜਿਹੜਾ ਸੀ ਉਹ ਲੈ ਕੇ ਆਉਂਦਾ। ਇਹ ਸਾਰੇ ਸਰਗੁਣ ਭਗਤੀ ਦੇ ਹੀ ਜਿਹੜੇ ਆ ਉਹ ਰੂਪ ਸਨ। ਤੇ ਇਹ 6 ਦਰਸ਼ਨਾਂ 'ਚੋਂ ਜਿਹੜਾ ਇੱਕ ਸ਼ਾਸਤਰ ਹੈ ਵਿਦਾਂਤ ਸ਼ਾਸਤਰ, ਉਹਦੇ ਹੀ ਅੱਗੇ ਜਿਹੜੇ ਆ ਉਹ ਹਿੱਸੇ ਸਨ। ਇਸ ਵਿਦਾਂਤ ਸ਼ਾਸਤਰ ਦਾ ਜਿਹੜਾ ਹਿੱਸਾ ਹੈ ਵਿਸ਼ਿਸ਼ਟ ਅਦਵੈਤਵਾਦ, ਜਿਸ ਨੂੰ ਰਾਮਾਨੁਜ ਜੀ ਨੇ ਜਿਹੜਾ ਸੀ ਉਹ ਪੇਸ਼ ਕੀਤਾ ਸੀ, ਜਿਹੜੇ ਵੈਸ਼ਨਵ ਮਤ ਦੇ ਸ੍ਰੀ ਵੈਸ਼ਨਵ ਸੰਪਰਦਾ ਦੇ ਜਿਹੜੇ ਆ ਉਹ ਮੋਢੀ ਸਨ। ਤੇ ਭਗਤ ਰਾਮਾਨੁਜ ਜੀ ਦੀ ਜਿਹੜੀ ਸਿੱਖ ਪਰੰਪਰਾ ਸੀ, ਉਹਦੇ ਵਿੱਚੋਂ ਭਗਤ ਰਾਮਾਨੰਦ ਜੀ ਜਿਹੜੇ ਹੋਏ ਨੇ, ਜਿਨ੍ਹਾਂ ਨੇ ਮੁੜ ਕੇ ਜਿਹੜਾ ਵਾ ਨਿਰਗੁਣ ਭਗਤੀ ਦੀ ਜਿਹੜੀ ਆ ਉਹ ਗੱਲ ਕੀਤੀ ਹੈ। ਤੇ ਇੱਕ ਵਾਹਿਗੁਰੂ ਦੀ ਭਗਤੀ ਕਰਦਿਆਂ ਵਾਹਿਗੁਰੂ ਦੇ ਨਾਲ ਇੱਕਮਿਕ ਹੋਏ, ਤੇ ਫਿਰ ਉਹਨਾਂ ਦੀ ਬਾਣੀ ਜਿਹੜੀ ਆ ਉਹ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਵਾ ਉਹ ਸਥਾਨ ਜਿਹੜਾ ਵਾ ਉਹ ਪ੍ਰਾਪਤ ਹੁੰਦਾ ਹੈ। ਹਾਂਜੀ, ਧੰਨਵਾਦ ਡਾਕਟਰ ਸਾਹਿਬ ਜੀ। ਤੁਸੀਂ ਲਗਭਗ ਭਾਰਤ ਦੀ ਜਿਹੜਾ ਸਨਾਤਨ ਧਰਮ ਹੈ ਉਹਦੇ ਸਾਰੀਆਂ ਹੀ ਜਿੰਨੀਆਂ ਭਗਤੀ ਹੁਣ ਤੱਕ ਇੱਕ ਮੋਟੀ ਜਿਹੀ ਪੰਛੀ ਝਾਤ ਤੁਸੀਂ ਜਿਹੜੀ ਉਹ ਮਰਾ ਦਿੱਤੀ ਹੈ ਕਿ ਕਿਹੜੇ ਮੱਤ ਕਿਹੜੇ ਸਮੇਂ ਕਾਲ ਦੇ ਵਿੱਚ ਹੋਏ ਨੇ। ਜੇ ਆਪਾਂ ਭਗਤ ਰਾਮਾਨੰਦ ਜੀ ਦੀ ਗੱਲ ਕਰਦੇ ਹਾਂ, ਤੇ ਉਹਨਾਂ ਦਾ ਜਿਹੜਾ ਜਨਮ ਆ ਜਾਂ ਉਹਨਾਂ ਦਾ ਜਿਹੜਾ ਬਚਪਨ ਆ ਜਾਂ ਉਹਨਾਂ ਦੀ ਵਿੱਦਿਆ ਜਿਹੜੀ ਹੈ ਬਚਪਨ ਦੇ ਵਿੱਚ ਉਹ ਕਿਵੇਂ ਹੁੰਦੀ ਹੈ, ਜਾਂ ਕਿੱਥੇ ਉਹਨਾਂ ਦਾ ਜਨਮ ਹੋਇਆ, ਇਹਦੇ ਬਾਰੇ ਜ਼ਰੂਰ ਚਰਨਾ ਪਾਓ ਜੀ। ਹਾਂਜੀ, ਭਗਤ ਰਾਮਾਨੰਦ ਜੀ ਦਾ ਜਿਹੜਾ ਜਨਮ ਹੈ ਉਹ 1366 ਈਸਵੀ ਦੇ ਵਿੱਚ ਪ੍ਰਯਾਗ ਦੀ ਧਰਤੀ ਦੇ ਉੱਤੇ ਜਿਹੜਾ ਵਾ ਉਹ ਕਾਨਕਬੁਜ ਬ੍ਰਾਹਮਣ ਘਰਾਣੇ ਦੇ ਵਿੱਚ ਜਿਹੜਾ ਹੋਇਆ। ਆਪ ਜੀ ਦੇ ਪਿਤਾ ਜੀ ਜਿਹੜੇ ਆ ਭੂਰੇ ਕਰਮਾਂ ਤੇ ਮਾਤਾ ਸੁਸ਼ੀਲਾ ਜੀ ਜਿਹੜੇ ਆ ਉਹ ਇੱਕ ਨੇਕ ਤੇ ਧਾਰਮਿਕ ਬਿਰਤੀ ਵਾਲੇ ਸਨ। ਆਪ ਦਾ ਪਿਛੋਕੜ ਜਿਹੜਾ ਵਾ ਉਹ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਜਿਹੜਾ ਉਹ ਹੋਇਆ ਹੈ। ਇੱਥੇ ਇੱਕ ਗੱਲ ਜਿਹੜੀ ਆ ਉਹ ਬੜੀ ਕਹਿਣੀ ਜ਼ਰੂਰੀ ਹੈ ਕਿ ਜਿੱਦਾਂ ਅੱਜ ਆਪਾਂ ਕਦੇ ਕਹਿ ਦਿੰਦੇ ਹਾਂ ਕਿ ਜਾਂ ਬਹੁਤ ਜ਼ਿਆਦਾ ਵੀ ਆਪਾਂ ਕਹਿੰਦੇ ਹਾਂ ਕਿ ਸਿੱਖ ਪੰਥ ਨੂੰ ਜਿਹੜਾ ਉਹ ਬ੍ਰਾਹਮਣਵਾਦ ਤੋਂ ਜਿਹੜਾ ਵਾ ਉਹ ਬਹੁਤ ਖਤਰਾ ਹੈ, ਹਨਾ। ਤੇ ਪਰ ਜਦੋਂ ਆਪਾਂ ਸਿੱਖ ਗੁਰੂ ਕਾਲ ਦਾ ਇਤਿਹਾਸ ਪੜ੍ਹਦੇ ਹਾਂ, ਜਾਂ ਮਤਲਬ ਕਿ ਸਿੱਖ ਇਤਿਹਾਸ ਪੜ੍ਹਦੇ ਹਾਂ, ਤੇ ਉਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਸਮਾਂ ਵੀ ਹੁੰਦਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੋਂ ਲਾ ਕੇ ਗੁਰੂ ਅਰਜਨ ਪਾਤਸ਼ਾਹ ਜੀ ਤੋਂ ਲਾ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਤੱਕ ਦਾ, ਜਿਹਦੇ ਵਿੱਚ ਬਹੁਤ ਸਾਰੇ ਬ੍ਰਾਹਮਣ ਜਿਹੜੇ ਨੇ ਉਹ ਸਿੱਖੀ ਦੇ ਵਿੱਚ ਆਉਂਦੇ ਨੇ, ਹਨਾ। ਜਿੱਦਾਂ ਹਰਗੋਬਿੰਦ ਪਾਤਸ਼ਾਹ ਦੀ ਸਮੇਂ ਸਿੰਘਾ ਪੁਰੋਹਿਤ ਨੇ, ਹਨਾ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਜਿਹੜਾ ਵਾ ਦੱਤ ਪਰਿਵਾਰ ਦੇ ਵਿੱਚੋਂ ਜਿਹੜੇ ਕਸ਼ਮੀਰੀ ਬ੍ਰਾਹਮਣ ਸਨ ਉਹ ਜਿਹੜੇ ਆ ਉਹ ਇੱਧਰ ਆਉਂਦੇ ਨੇ, ਹਨਾ। ਉਹਨਾਂ ਨੇ ਸ਼ਹਾਦਤਾਂ ਵੀ ਦਿੱਤੀਆਂ, ਹਨਾ। ਇਹ ਇੱਕ ਇਸ ਤਰ੍ਹਾਂ ਦਾ ਸਮਾਂ ਹੈ ਜਿਸ ਸਮੇਂ ਦੇ ਵਿੱਚ ਬ੍ਰਾਹਮਣਵਾਦ ਜਿਹੜਾ ਵਾ ਇੱਕ ਤਰ੍ਹਾਂ ਦਾ ਉਹਨੂੰ ਸਿੱਖੀ ਤੋਂ ਖਤਰਾ ਜਿਹੜਾ ਸੀ ਉਹ ਪੈਦਾ ਹੋ ਗਿਆ ਸੀ ਕਿ ਉਹਨਾਂ ਦੇ ਵਿੱਚੋਂ ਲਗਾਤਾਰ ਬ੍ਰਾਹਮਣ ਜਿਹੜੇ ਆ ਉਹ ਸਿੱਖ ਜਿਹੜੇ ਆ ਉਹ ਸੱਜ ਰਹੇ ਸਨ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ 2 ਬ੍ਰਾਹਮਣ ਪਿਛੋਕੜ ਦੇ ਵਿੱਚੋਂ ਭਗਤ ਜਿਹੜੇ ਆ ਉਹ ਹੋਏ ਨੇ, ਜਿੱਦਾਂ ਭਗਤ ਰਾਮਾਨੰਦ ਜੀ, ਹਨਾ। ਤੇ ਦੂਸਰੇ ਭਗਤ ਜੈਦੇਵ ਜੀ ਜਿਹੜੇ ਨੇ, ਹਨਾ, ਜਿਨ੍ਹਾਂ ਨੇ ਬ੍ਰਾਹਮਣਵਾਦ ਦੀਆਂ ਜਿਹੜੀਆਂ ਉਹ ਧੱਜੀਆਂ ਉਡਾ ਦਿੱਤੀਆਂ ਨੇ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਨੂੰ ਜਿਹੜਾ ਵਾ ਉਹ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਹੋਣ ਕਰਕੇ ਵੀ, ਤੇ ਬ੍ਰਾਹਮਣਵਾਦ ਦੀਆਂ ਧੱਜੀਆਂ ਉਡਾਉਣ ਕਰਕੇ, ਹਨਾ, ਬ੍ਰਾਹਮਣ ਪਰਿਵਾਰ 'ਚ ਹੁੰਦੇ ਹੋਏ ਵੀ ਬ੍ਰਾਹਮਣਵਾਦ ਦੀਆਂ ਧੱਜੀਆਂ ਉਡਾਉਣ ਕਰਕੇ, ਤੇ ਇੱਕ ਨਿਰਗੁਣ ਪਰਮਾਤਮਾ ਦੀ ਭਗਤੀ ਕਰਨ ਕਰਕੇ ਜਿਹੜਾ ਵਾ ਉਹ ਸਥਾਨ ਮਿਲਿਆ। ਇਸ ਤਰ੍ਹਾਂ ਉਹਨਾਂ ਦੋਨਾਂ ਬ੍ਰਾਹਮਣ
ਬ੍ਰਾਹਮਣ ਪਰਿਵਾਰ 'ਚੋਂ ਜਨਮੇ ਜਿਹੜੇ ਇੱਕ ਭਗਤ ਰਾਮਾਨੰਦ ਜੀ ਜਿਹੜੇ ਆ ਉਹ ਵੀ ਹਨ। ਤੇ ਭਗਤ ਰਾਮਾਨੰਦ ਜੀ ਦਾ ਜੇ ਆਪਾਂ ਬਚਪਨ ਦੀ ਗੱਲ ਕਰੀਏ ਤਾਂ ਜਨਮ ਤਾਂ ਇਹਨਾਂ ਦਾ ਪ੍ਰਯਾਗ ਦੀ ਧਰਤੀ ਤੇ ਹੁੰਦਾ ਹੈ। ਫਿਰ ਜੀ, ਇਹ ਵਿਦਿਆ ਲੈਣ ਦੇ ਲਈ ਜਿਹੜਾ ਵਾ ਉਹ ਕਾਸ਼ੀ ਦੀ ਧਰਤੀ, ਬਨਾਰਸ ਦੀ ਧਰਤੀ ਜਿਹਨੂੰ ਕਿਹਾ ਜਾਂਦਾ ਹੈ, ਜੀ, ਉੱਥੇ ਜਿਹੜਾ ਸਨ ਉਹ ਚਲੇ ਗਏ ਸਨ। ਤੇ ਵਿਦਿਆ ਦੌਰਾਨ ਹੀ ਇਹਨਾਂ ਦਾ ਜਿਹੜੇ ਭੇਟਾ ਸੀ ਉਹ ਚਾਰੀਆ ਇਹ ਰਾਘਵਾਨੰਦ ਜੀ ਦੇ ਨਾਲ ਜਿਹੜੀ ਉਹ ਹੋਈ ਸੀ। ਕਿਹਾ ਜਾਂਦਾ ਕਿ ਰਾਘਵਾਨੰਦ ਜੀ ਜਿਹੜੇ ਸਨ ਇਹ ਜਿਹੜਾ ਆਪਾਂ ਵਿਸ਼ਿਸ਼ਟ ਅਦਵੈਤਵਾਦ ਦੇ ਜਿਹੜੇ ਭਗਤ ਰਾਮਾਨੁਜ ਜੀ ਦੀ ਗੱਲ ਕੀਤੀ ਹੈ, ਇਹ ਜੀ, ਰਾਮਾਨੁਜ ਜੀ ਦੇ ਜਿਹੜੇ ਆ ਅੱਗੇ ਚੇਲੇ ਸਨ, ਜਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ 13ਵੇਂ ਗੱਦੀ ਨਸ਼ੀਨ ਸਨ ਇਹ ਜੀ, ਜਿਹੜੇ ਰਾਘਵਾਨੰਦ ਜੀ ਸਨ। ਤੇ ਇਹ ਰਾਘਵਾਨੰਦ ਜੀ ਕੋ ਜਦੋਂ ਸਿੱਖਿਆ ਲੈਣ ਲਈ ਪਹੁੰਚੇ, ਕੁਝ ਸਮਾਂ ਸਿੱਖਿਆ ਲਈ, ਤਾਂ ਇੱਕ ਦਿਨ ਰਾਘਵਾਨੰਦ ਜੀ ਨੇ ਆਖਿਆ ਜਾਂਦਾ ਕਿ ਇਹਨਾਂ ਨੂੰ ਸਵਾਲ ਕੀਤਾ ਸੀ ਕਿ ਤੁਸੀਂ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਹੋ, ਤੁਸੀਂ ਇਸ ਆਸ਼ਰਮ ਦੇ ਵਿੱਚ ਰਹਿ ਰਹੇ ਹੋ, ਤੇ ਜੀ, ਤੁਸੀਂ ਖਾਣੇ ਦਾ ਕਿਵੇਂ ਪ੍ਰਬੰਧ ਕਰਦੇ ਹੋ, ਸੌਣ ਦਾ ਕਿਵੇਂ ਪ੍ਰਬੰਧ ਕਰਦੇ ਹੋ? ਤਾਂ ਭਗਤ ਜੀ, ਰਾਮਾਨੰਦ ਜੀ ਜਿਹੜੇ ਕਹਿਣ ਲੱਗੇ ਕਿ ਮੈਂ ਤਾਂ ਜਿੱਥੋਂ ਮੈਨੂੰ ਮਿਲਦਾ ਹੈ ਮੈਂ ਛਕ ਲੈਂਦਾ ਵਾ, ਤੇ ਜਿੱਥੇ ਜੀ, ਜਗ੍ਹਾ ਮਿਲਦੀ ਹੈ ਮੈਂ ਸੌਂ ਲੈਂਦਾ ਵਾ। ਜੀ, ਤੇ ਇਹ ਜਿਹੜੇ ਰਾਮਾਨੁਜ ਜੀ ਸਨ, ਇਹ ਤਾਂ ਇਹ ਵਰਨ ਆਸ਼ਰਮ ਦੇ ਜਾਤ ਪਾਤ ਦੇ ਬੜੇ ਕੱਟੜ ਸਮਰਥਕ ਕੱਟੜ ਸਨ। ਸੀ। ਤੇ ਜੀ, ਇਸ ਕਰਕੇ ਉਹਨਾਂ ਨੇ ਜਿਹੜਾ ਵਿਰੋਧ ਕੀਤਾ, ਤੇ ਇਹਨਾਂ ਦੀ ਉੱਥੇ ਭਗਤ ਰਾਮਾਨੰਦ ਜੀ ਦੀ ਜਿਹੜੀ ਬਣੀ ਨਾ, ਤੇ ਇਹ ਮੁੜ ਕੇ ਉਹਨਾਂ ਦਾ ਆਸ਼ਰਮ ਛੱਡ ਕੇ ਜਿਹੜਾ ਸੀ ਫਿਰ ਇਹ ਉੱਥੋਂ ਬਾਹਰ ਇਹ ਨਿਰਗੁਣ ਭਗਤੀ ਵਾਲੇ ਪਾਸੇ ਜਿਹੜਾ ਸੀ ਉਹ ਲੱਗ ਕੇ ਪ੍ਰਮਾਤਮਾ ਦੀ ਭਗਤੀ ਦੇ ਵਿੱਚ, ਬੰਦਗੀ ਦੇ ਵਿੱਚ ਜਿਹੜਾ ਸਨ ਉਹ ਲੱਗ ਕੇ ਇਹਨਾਂ ਨੇ ਆਪਣਾ ਜੀ, ਇੱਕ ਆਸ਼ਰਮ ਜਾਂ ਆਪਣੀ ਇੱਕ ਕੁਟੀਆ ਜਿਹੜੀ ਬਣਾ ਲਈ ਸੀ, ਜਿੱਥੇ ਇਹ ਬੰਦਗੀ ਦੇ ਵਿੱਚ ਜਿਹੜਾ ਵਾ ਉਹ ਜੁੜ ਗਏ ਸਨ। ਇਸ ਜੀ, ਤਰ੍ਹਾਂ ਇਹਨਾਂ ਨੇ ਜਿਹੜਾ ਸੀ ਬਚਪਨ ਤੋਂ ਇੱਕ ਅਧਿਆਪਕ ਪਾਸ ਥੋੜ੍ਹਾ ਚਿਰ ਰਹੇ ਹਨ, ਪਰ ਉਹ ਉੱਥੇ ਵਿਚਾਰਾਂ ਦਾ ਮਿਲਾਨ ਨਾ ਹੋਣ ਕਰਕੇ ਉੱਥੇ ਸਰਗੁਣ ਭਗਤੀ, ਜਾਤ ਪਾਤ, ਵਰਨ ਆਸ਼ਰਮ ਦਾ ਕਾਰਨ ਇਹਨਾਂ ਨੂੰ ਉਹ ਆਸ਼ਰਮ ਜਿਹੜਾ ਸੀ ਉਹ ਤਿਆਗਣਾ ਪਿਆ ਸੀ। ਤੇ ਜੀ। ਫਿਰ ਇੱਕ ਪ੍ਰਮਾਤਮਾ ਦੀ ਸ਼ਰਨ ਦੇ ਰਾਹੀਂ ਇਹਨਾਂ ਭਗਤੀ ਜਿਹੜੀ ਸੀ ਉਹ ਆਪਣੀ ਜਾਰੀ ਰੱਖੀ ਸੀ। ਇਹਨਾਂ ਨੇ ਇੱਕ ਇਹ ਵੀ ਜ਼ਿਕਰ ਸ਼ਾਇਦ ਮਿਲਦਾ ਉੱਥੇ ਕਿ ਇਹਨਾਂ ਨੇ ਬਰਾਬਰ ਬੈਠਣ ਦੀ ਵੀ ਇੱਕ ਗੱਲ ਉੱਥੇ ਕੀਤੀ ਸੀਗੀ ਪੰਗਤ ਦੇ ਵਿੱਚ, ਤੇ ਉੱਥੋਂ ਲੈ ਕੇ ਹਾਂਜੀ, ਹਾਂਜੀ, ਬਰਾਬਰ ਬਿਲਕੁਲ ਬਰਾਬਰੀ ਦਾ ਸਿਧਾਂਤ ਜਿਹੜਾ ਸੀ, ਜੀ, ਇਸ ਹਾਂਜੀ। ਨੂੰ ਵੀ ਇਹਨਾਂ ਨੇ ਜਿਹੜਾ ਸਾਰੇ ਹੈਰਾਨ ਰਹਿ ਗਏ ਸੀ ਲਿਆਂਦਾ ਇੱਕ ਵਾਰੀ ਵੀ ਇਹ ਕੀ ਇਹਨਾਂ ਨੇ ਆ ਕੇ ਕਰਤਾ ਹੈ, ਤੇ ਜਿੱਥੋਂ ਇਹਨਾਂ ਦਾ ਹਾਂਜੀ, ਕਾਫੀ ਫਿਰ ਬਾਅਦ ਵਿੱਚ ਵਿਵਾਦ ਉੱਥੇ ਚੱਲਿਆ ਹਾਂਜੀ, ਸੀਗਾ। ਹਾਂਜੀ। ਬਿਲਕੁਲ, ਬਿਲਕੁਲ। ਭਗਤ ਰਮਾਨੰਦ ਹਾਂਜੀ, ਜੀ ਹਾਂਜੀ, ਆਪਣੇ ਸਮੇਂ ਦੇ ਇੱਕ ਵੱਡੇ ਭਗਤ ਹੋਏ ਨੇ, ਤੇ ਭਗਤ ਜਿੰਨੇ ਵੀ ਹੋਏ ਨੇ ਸਾਰੇ ਹੀ ਲਗਭਗ ਕ੍ਰਾਂਤੀਕਾਰੀ ਸੀਗੇ, ਤੇ ਬਹੁਤ ਸਾਰਾ ਵਿਰੋਧ ਵੀ ਹੁੰਦਾ ਸੀ ਸਮਾਜ ਵੱਲੋਂ। ਜਿਹੜੀਆਂ ਚੱਲ ਰਹੀਆਂ ਇੱਕ ਮਾਨਤਾਵਾਂ ਸੀ ਉਹਨਾਂ ਦੇ ਉਹ ਕਈ ਵਾਰ ਉਲਟ ਜਾ ਕੇ ਖੜ ਜਾਂਦੇ ਸੀ, ਤੇ ਮਨੁੱਖੀ ਹੱਕਾਂ ਦੇ ਹੱਕ ਦੇ ਵਿੱਚ ਉਹ ਖੜਦੇ ਸਨ। ਤੋ ਡਾਕਟਰ ਸਾਹਿਬ, ਸੁਭਾਵਕ ਹੈ ਕਿ ਉਹਨਾਂ ਦੇ ਬਹੁਤ ਸਾਰੇ ਚੇਲੇ ਵੀ ਹੋਣਗੇ, ਤੇ ਬਹੁਤ ਸਾਰੇ ਚੇਲੇ ਉਹਨਾਂ ਦੇ ਇੱਕ ਵੱਡੇ ਨਾਮ ਹੋਣਗੇ ਉਹਨਾਂ ਚੇਲਿਆਂ ਦੇ। ਸੋ ਉਹਨਾਂ ਦੇ ਕੁਝ ਚੇਲੇ ਦੇ ਬਾਰੇ ਤੁਸੀਂ ਜੇ ਚਾਨਣਾ ਪਾ ਸਕਦੇ ਆ ਵੀ ਉਹਨਾਂ ਦੇ ਕਿਹੜੇ-ਕਿਹੜੇ ਚੇਲੇ ਨੇ ਜਿਨ੍ਹਾਂ ਦੇ ਬਾਅਦ ਵਿੱਚ ਵੱਡੇ ਨਾਮ ਨੇ, ਜਾਂ ਉਹਨਾਂ ਦਾ ਫਿਰ ਬਾਅਦ ਵਿੱਚ ਕਿਵੇਂ ਜਿੱਦਾਂ ਦੇਹਾਂਤ ਕਿਵੇਂ ਹੁੰਦਾ, ਇਹ ਵੀ ਨਾਲ ਹੀ ਆਪਾਂ ਜੇ ਤੁਸੀਂ ਜੋੜ ਸਕਦੇ ਆ ਤੇ। ਹਾਂਜੀ। ਭਗਤ ਰਾਮਾਨੰਦ ਜੀ ਦੇ ਜਿਹੜੇ ਆਪਾਂ ਚੇਲਿਆਂ ਦਾ ਜ਼ਿਕਰ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਕੋਈ 500 ਤੋਂ ਉੱਪਰ ਵੱਡੇ ਉਹਨਾਂ ਦੇ ਚੇਲੇ ਹੋਏ ਨੇ, ਜਿਨ੍ਹਾਂ ਨੇ ਉਹਨਾਂ ਦੀ ਬੰਦਗੀ ਜਿਹੜੀ ਆ ਉਹਨਾਂ ਦੇ ਕੋਲ ਬੰਦਗੀ ਕੀਤੀ, ਤੇ ਮੁੜ ਕੇ ਉਸ ਨਿਰਗੁਣ ਭਗਤੀ ਨੂੰ ਜਿਹੜਾ ਵਾ ਉਹ ਫੈਲਾਇਆ। ਪਰ ਜੀ, ਇਹਨਾਂ ਦੇ ਵਿੱਚੋਂ 5-6 ਅਜਿਹੇ ਪ੍ਰਮੁੱਖ ਉਹਨਾਂ ਦੇ ਚੇਲੇ ਸਨ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜਿਹੜਾ ਵਾ ਉਹ ਸਥਾਨ ਮਿਲਦਾ ਹੈ, ਜਿਹਦੇ ਜੀ, ਵਿੱਚ ਭਗਤ ਰਵਿਦਾਸ ਜੀ ਦਾ ਜਿਹੜਾ ਉਹ ਜ਼ਿਕਰ ਆਉਂਦਾ ਹੈ, ਜੀ, ਇਹ ਭਗਤ ਕਬੀਰ ਜੀ ਦਾ ਜਿਹੜਾ ਜ਼ਿਕਰ ਆਉਂਦਾ ਹੈ, ਭਗਤ ਪੀਪਾ ਜੀ ਦਾ, ਭਗਤ ਸੈਣ ਜੀ, ਤੇ ਭਗਤ ਧੰਨਾ ਜੀ। ਇਹ ਅਜਿਹੇ ਭਗਤ ਨੇ ਜੀ, ਜਿਨ੍ਹਾਂ ਨੇ ਜਿਹੜਾ ਸੀ ਉਹ ਭਗਤ ਰਾਮਾਨੰਦ ਜੀ ਦੀ ਦੇਖ ਰੇਖ ਹੇਠ, ਉਹਨਾਂ ਦੀ ਦੀਖਿਆ ਦੇ ਰਾਹੀਂ ਜਿਹੜਾ ਸੀ ਨਿਰਗੁਣ ਭਗਤੀ ਵੱਲ ਜਿਹੜਾ ਉਹ ਆਏ ਜੀ, ਸਨ। ਅੱਛਾ, ਭਗਤ ਪੀਪਾ ਜੀ ਦੀ ਇੱਕ ਸਾਖੀ ਵੀ ਮਿਲਦੀ ਹੈ। ਭਗਤ ਪੀਪਾ ਜੀ ਜਿਹੜੇ ਸਨ ਉਹ ਰਾਜੇ ਸਨ, ਹਨਾ, ਜੀ, ਤੇ ਰਾਜ ਮਹਿਲ ਦੇ ਵਿੱਚ ਰਹਿੰਦੇ ਸਨ। ਤੇ ਉਹ ਭਗਤ ਰਾਮਾਨੰਦ ਜੀ ਦੇ ਦਰਸ਼ਨ ਕਰਨ ਜਾਂ ਇਹਨਾਂ ਨੂੰ ਗੁਰੂ ਧਾਰਨ ਕਰਨ ਦੇ ਲਈ ਜਿਹੜਾ ਉਹ ਆਪਣੀ ਫੌਜ ਸਮੇਤ ਆਏ। ਤਾਂ ਬਹੁਤ ਸਾਰੀ ਉਹਨਾਂ ਫੌਜ ਨਾਲ ਲਿਆਂਦੀ ਸੀ, ਰੱਥਾਂ ਦੇ ਉੱਤੇ ਚੜ੍ਹ ਕੇ ਆਏ। ਤਾਂ ਆਣ ਕੇ ਇਹਨਾਂ ਨੇ ਆਸ਼ਰਮ ਦੇ ਬਾਹਰ ਜਦ ਖੜੇ, ਤਾਂ ਇਹਨਾਂ ਨੇ ਉਹਨਾਂ ਦੇ ਚੇਲਿਆਂ ਨੂੰ ਕਿਹਾ ਕਿ ਅਸੀਂ ਭਗਤ ਰਾਮਾਨੰਦ ਜੀ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਚੇਲੇ ਨੇ ਆਣ ਕੇ ਦੱਸਿਆ ਕਿ ਭਗਤ ਆਪਣੇ ਰਾਜਾ ਪੀਪਾ ਜੀ ਜਿਹੜੇ ਆ ਉਹ ਆਏ ਨੇ, ਤੇ ਉਹ ਤੁਹਾਡੇ ਜੀ, ਦਰਸ਼ਨ ਕਰਨਾ ਚਾਹੁੰਦੇ ਨੇ। ਤਾਂ ਭਗਤ ਰਾਮਾਨੰਦ ਜੀ ਕਹਿਣ ਲੱਗੇ, ਕਹਿੰਦੇ ਕਿ ਇਸ ਸਥਾਨ ਦੇ ਉੱਤੇ ਰਾਜਿਆਂ ਦਾ ਕੋਈ ਕੰਮ ਨਹੀਂ ਹੈ, ਇਹ ਤਾਂ ਅੱਛਾ ਜੀ, ਫ਼ਕੀਰਾਂ ਦਾ ਸਥਾਨ ਹੈ। ਤਾਂ ਜੀ, ਭਗਤ ਪੀਪਾ ਜੀ ਨੂੰ ਜਿਹੜਾ ਸੀ ਉਹ ਫਿਰ ਉੱਥੋਂ ਵਾਪਸ ਆਉਣਾ ਪਿਆ, ਤੇ ਉਹਨਾਂ ਆਪਣੀ ਵਾਪਸ ਫੌਜ ਜਿਹੜੀ ਸੀ ਉਹ ਆਪਣੇ ਮਹਿਲਾਂ ਨੂੰ ਤੋਰ ਦਿੱਤੀ, ਆਪਣੀਆਂ ਰੱਥਾਂ ਤੋਰ ਦਿੱਤੀਆਂ। ਆਪ ਉਹਨਾਂ ਨੇ ਕਿਹਾ ਜਾਂਦਾ ਕਿ ਫ਼ਕੀਰਾਂ ਵਾਲੇ ਕੱਪੜੇ ਪਹਿਨੇ, ਤੇ ਨੰਗੇ ਪੈਰੀ ਜਿਹੜਾ ਵਾ ਫਕੀਰੀ ਬਾਣੇ ਦੇ ਵਿੱਚ ਭਗਤ ਰਾਮਾਨੰਦ ਜੀ ਦੇ ਕੋਲ ਆਏ। ਤੇ ਫਿਰ ਉਸੇ ਚੇਲੇ ਨੂੰ ਜਾ ਕੇ ਕਿਹਾ ਕਿ ਭਗਤ ਰਾਮਾਨੰਦ ਜੀ ਨੂੰ ਮੈਂ ਮਿਲਣਾ ਹੈ, ਤੇ ਉਹਨਾਂ ਨੂੰ ਜਾ ਕੇ ਕਿਉਂ ਕਿ ਇੱਕ ਫਕੀਰ ਜਿਹੜਾ ਵਾ ਉਹ ਆਇਆ ਹੈ। ਤੇ ਜੀ, ਜਦੋਂ
ਭਗਤ ਰਾਮਾਨੰਦ ਜੀ ਨੂੰ ਜਾ ਕੇ ਚੇਲੇ ਨੇ ਦੱਸਿਆ ਕਿ ਕੋਈ ਤੁਹਾਨੂੰ ਫ਼ਕੀਰ ਮਿਲਣਾ ਚਾਹੁੰਦਾ ਹੈ, ਤਾਂ ਭਗਤ ਰਾਮਾਨੰਦ ਜੀ ਨੇ ਕਿਹਾ ਲੈ ਆਓ, ਹੁਣ ਇਹ ਸਥਾਨ ਜਿਹੜਾ ਫ਼ਕੀਰਾਂ ਦਾ ਹੈ, ਤੇ ਜੀ ਜੇ ਕੋਈ ਰਾਜਾ ਵੀ ਫ਼ਕੀਰੀ ਭੇਸ ਦੇ ਵਿੱਚ ਆਉਂਦਾ ਹੈ ਤਾਂ ਸਾਨੂੰ ਉਹ ਵੀ ਇੱਥੇ ਜਿਹੜਾ ਵਾ ਉਹ ਕਬੂਲ ਹੈ। ਇਸ ਤਰ੍ਹਾਂ ਭਗਤ ਪੀਪਾ ਜੀ ਜਿਹੜੇ ਸਨ, ਉਹਨਾਂ ਨੇ ਮੁੜ ਕੇ ਫਿਰ ਇਹਨਾਂ ਨੂੰ ਆਣ ਕੇ ਗੁਰੂ ਧਾਰਨ ਕੀਤਾ। ਇਹਨਾਂ ਦੀ ਜੀ ਦੇਖ ਰੇਖ ਦੇ ਹੇਠ ਜਿਹੜੀ ਆ ਉਹ ਬੰਦਗੀ ਜਿਹੜੀ ਆ ਉਹ ਸ਼ੁਰੂ ਕਰਵਾਈ ਸੀ। ਤੇ ਇਹਨਾਂ ਨੂੰ ਭਗਤ ਰਾਮਾਨੰਦ ਨੂੰ ਜਿਹੜਾ ਵਾ ਉਹ ਭਗਤੀ ਸਾਹਿਤ ਦੇ ਵਿੱਚ ਜੈਤਿੰਦਰ ਦੇ ਨਾਮ ਦੇ ਨਾਲ ਜਿਹੜਾ ਵਾ ਉਹ ਵੀ ਜਾਣਿਆ ਜਾਂਦਾ ਹੈ। ਜੈਤਿੰਦਰ ਦਾ ਮਤਲਬ ਹੁੰਦਾ ਹੈ ਕਿ ਜਿਸ ਨੇ ਆਪਣੀਆਂ 5 ਇੰਦਰੀਆਂ ਨੂੰ ਜਿਹੜਾ ਵਾ ਉਹ ਜਿੱਤ ਲਿਆ ਹੋਵੇ। ਜੀ ਫਿਰ ਇਹਨਾਂ ਦੇ ਬਾਰੇ ਇਹ ਕਿ ਇਹਨਾਂ ਦੇ ਜਿੰਨੇ ਵੀ ਅਖਾੜੇ ਸਨ, ਉਹਨਾਂ ਅਖਾੜਿਆਂ ਦੇ ਵਿੱਚ ਜਿੱਥੇ ਬੰਦਗੀ ਚੱਲਦੀ ਸੀ, ਉੱਥੇ ਨਾਲ ਜੀ ਇਹਨਾਂ ਨੇ ਜਿਹੜਾ ਸੀ ਉਹ ਸ਼ਾਸਤਰ ਵਿਦਿਆ ਵੀ ਜਿਹੜੀ ਆ ਉਹ ਸ਼ੁਰੂ ਕਰਵਾਈ ਸੀ। ਇਹਨਾਂ ਦੇ ਜੀ ਜਿੰਨੇ ਵੀ ਅਖਾੜੇ ਆ, ਉਹਨਾਂ ਦੇ ਜ਼ਿਕਰ ਮਿਲਦਾ ਹੈ ਕਿ ਸ਼ਾਸਤਰ ਵਿਦਿਆ ਦੇ ਨਾਲ ਸ਼ਸਤਰ ਵਿਦਿਆ ਜਿਹੜੀ ਆ ਉਸ ਨੂੰ ਵੀ ਜਿਹੜਾ ਵਾ ਇਹਨਾਂ ਨੇ ਪਹਿਲ ਦਿੱਤੀ ਸੀ। ਤੇ ਹਰੇਕ ਤਰ੍ਹਾਂ ਦੀ ਜਿਹੜੀ ਸ਼ਸਤਰ ਵਿਦਿਆ ਇਹ ਹਥਿਆਰਾਂ ਦੀ ਟ੍ਰੇਨਿੰਗ ਜਿਹੜੀ ਸੀ ਉਹ ਵੀ ਇਹਨਾਂ ਦੇ ਡੇਰਿਆਂ ਦੇ ਵਿੱਚ ਜਿਹੜੀ ਆ ਉਹ ਜੀ ਦਿੱਤੀ ਗਈ। ਇਸ ਤਰ੍ਹਾਂ ਇਹਨਾਂ ਨੇ ਉੱਤਰ ਭਾਰਤ ਦੇ ਵਿੱਚ ਜਿਹੜਾ ਸੀ ਇੱਕ ਭਗਤੀ ਲਹਿਰ, ਨਿਰਗੁਣ ਭਗਤੀ ਲਹਿਰ, ਇੱਕ ਪ੍ਰਮਾਤਮਾ ਦੀ ਬੰਦਗੀ ਜਿਹੜੀ ਸੀ ਉਹਦੀ ਇੱਕ ਲਹਿਰ ਜਿਹੜੀ ਸੀ ਉਹ ਚਲਾਈ, ਉਹ ਜਿਹੜੀ ਸੀ ਖੜੀ ਕੀਤੀ। ਤੇ ਇਸ ਤਰੀਕੇ ਦੇ ਨਾਲ ਹੀ ਇਹਨਾਂ ਨੇ ਆਪ ਵੀ ਜਿਹੜੇ ਸੰਸਕ੍ਰਿਤ ਦੇ ਬਹੁਤ ਉੱਚ ਕੋਟੀ ਦੇ ਜਿਹੜੇ ਆ ਉਹ ਵਿਦਵਾਨ ਸਨ। ਇਸ ਤਰ੍ਹਾਂ ਇੱਕ ਜੀ ਪਰਮਾਤਮਾ ਦੀ ਬੰਦਗੀ ਕਰਦਿਆਂ ਹੋਇਆਂ ਜਿਹੜਾ ਸੀ ਇਹ ਕੋਈ 1467 ਈਸਵੀ ਦੇ ਵਿੱਚ ਜਿਹੜਾ ਵਾ ਉਹ ਅਕਾਲ ਚਲਾਣਾ ਜਿਹੜਾ ਵਾ ਉਹ ਕਰ ਜਾਂਦੇ ਨੇ। ਹਾਂਜੀ, ਧੰਨਵਾਦ ਡਾਕਟਰ ਸਾਹਿਬ ਜੀ। ਇੱਥੇ ਥੋੜ੍ਹਾ ਜਿਹਾ ਇੱਕ ਮੈਂ ਸਵਾਲ ਲੈਣਾ ਚਾਹੂੰਗਾ ਕਿ ਜਿਹੜਾ ਇਹ ਸਮਾਂ ਆ, ਉਦੋਂ ਕੀ ਭਾਰਤ ਦੇ ਵਿੱਚ ਵੈਸੇ ਤਾਂ ਮੁਗਲਾਂ ਦੇ ਹਮਲੇ ਜਾਂ ਜਿਹੜੇ ਬਾਹਰੋਂ ਮਿਡਲ ਈਸਟ ਤੋਂ ਹਮਲੇ ਆ, ਉਹ ਤਾਂ ਬਹੁਤ 1025 ਦੇ ਵਿੱਚ ਹੀ ਸ਼ੁਰੂ ਹੋ ਗਏ ਸੀ। ਮੇਰੇ ਖਿਆਲ ਉਹ ਤੋਂ ਪਿੱਛੇ 7ਵੀਂ ਸਦੀ ਦੇ ਵਿੱਚ ਮੁਹੰਮਦ ਬਿਨ ਕਾਸਿਮ ਆ ਗਿਆ ਸੀ। ਪੱਕੇ ਤੌਰ ਦੇ ਉੱਤੇ ਜਿਹੜੀ ਹਕੂਮਤ ਆ, ਉਹ ਲੋਧੀਆਂ ਦਾ ਰਾਜ ਹੋ ਚੁੱਕਾ ਸੀਗਾ ਜਾਂ ਦਿੱਲੀ ਤਖਤ ਦੇ ਹਾਂਜੀ, ਉੱਤੇ? ਜਿਹੜਾ ਇਹਨਾਂ ਦੇ ਅਕਾਲ ਚਲਾਣੇ ਦਾ ਸਮਾਂ ਹੈ, ਇਹ ਉਹ ਸਮਾਂ ਹੈ ਜੀ ਜਦੋਂ ਲੋਧੀ ਜਿਹੜਾ ਖਾਨਦਾਨ ਹੈ ਉਹ ਜਿਹੜਾ ਵਾ ਉਹ ਆ ਜਾਂਦਾ। ਬਹਿਲੋਲ ਲੋਧੀ ਜਿਹੜਾ ਵਾ ਜੀ ਉਹ ਇਸੇ 1467-68 ਦੇ ਵਿੱਚ ਹੀ ਜਿਹੜਾ ਵਾ ਉਹ ਆਉਂਦਾ ਆ ਆ। ਜਾਂਦਾ ਹੈ। ਹਾਂਜੀ ਹਾਂਜੀ ਹਾਂਜੀ, ਇੱਥੋਂ ਹੀ ਇਹ ਜਦੋਂ ਅਕਾਲ ਚਲਾਣਾ ਕਰਦੇ ਨੇ, ਇਹਨਾਂ ਦੇ ਅਕਾਲ ਚਲਾਣੇ ਦੇ ਨਾਲ ਹੀ ਇਹ ਲੋਧੀ ਖਾਨਦਾਨ ਜਿਹੜਾ ਵਾ ਉਹ 1 ਸਾਲ ਬਾਅਦ ਜਿਹੜਾ ਵਾ ਉਹ ਸ਼ੁਰੂ ਹੋ ਜਾਂਦਾ ਉਹ ਹੈ। ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਹਾਂਜੀ, ਸ਼ੁਰੂ ਹੋ ਜਾਂਦਾ। ਇਹਨਾਂ ਦਾ ਜਿਹੜਾ ਜੀਵਨ ਕਾਲ ਹੈ ਉਹ ਜੀਵਨ ਕਾਲ ਹੈ ਜਦੋਂ ਜਿਸ ਜੀਵਨ ਕਾਲ ਦੇ ਵਿੱਚ ਪਹਿਲੇ ਹਮਲੇ ਜਿਹੜੇ ਆ ਉਹ ਮੁਗਲਾਂ ਦੇ ਜਿਹੜੇ ਆ, ਜਿਵੇਂ 1398 ਦੇ ਵਿੱਚ ਜਿਹੜਾ ਵਾ ਉਹ ਮੁਗਲਾਂ ਦੇ ਹਮਲੇ ਜਿਹੜੇ ਆ ਉਹ ਸ਼ੁਰੂ ਜਿਹੜੇ ਆ ਉਹ ਹੋ ਜਾਂਦੇ ਨੇ। ਇਸ ਤਰੀਕੇ ਦੇ ਤਿਮੂਰ ਨਾਲ ਹੋਣਾ ਦੇ ਹਮਲੇ। ਹਾਂ, ਹਾਂਜੀ ਹਾਂਜੀ, ਤੈਮੂਰ ਲੈਂਗ ਹੋਣੀ ਜਿਹੜੇ ਆ ਉਹ ਆਉਂਦੇ ਨੇ। ਜੀ ਇਹ ਉਹ ਜੀ ਸਮਾਂ ਹੈ ਜਿਹਦੇ ਵਿੱਚ ਬਾਹਰੋਂ ਹਮਲਾਵਰ ਵੀ ਆ ਰਹੇ ਨੇ। ਜੀ ਤੇ ਉਸ ਤੋਂ ਬਾਅਦ ਦਿੱਲੀ ਤਖਤ ਜਿਹੜਾ ਵਾ ਉਸਦੇ ਉੱਤੇ ਜਿਹੜਾ ਵਾ ਉਹ ਜਿਹੜੀ ਆ ਗੁਲਾਮ ਵੰਸ਼ ਜਿਹੜੀ ਆ ਉਹਦਾ ਅਧਿਕਾਰ ਹੁੰਦਾ ਹੈ। ਤੇ ਜੀ ਗੁਲਾਮ ਵੰਸ਼ ਜਿਹੜੀ ਆ ਉਹ ਚੱਲ ਰਹੀ ਹੈ। ਇਹ ਸਾਰਾ ਜਿਹੜਾ ਕਾਲ ਹੈ ਇਹ ਇਸ ਤਰ੍ਹਾਂ ਦਾ ਹੈ ਕਿ ਜਿਸ ਦੇ ਵਿੱਚ ਜਿਹੜਾ ਇਸਲਾਮ ਹੈ ਉਹ ਉੱਤਰ ਭਾਰਤ ਦੇ ਵਿੱਚ ਉੱਭਰ ਰਿਹਾ, ਜਾਂ ਪੂਰੇ ਭਾਰਤ ਦੇ ਵਿੱਚ ਜਿਹੜਾ ਉਹ ਉੱਭਰ ਰਿਹਾ ਹੈ। ਤੇ ਜੀ ਹਿੰਦੂ ਜਿਹੜੇ ਆ ਉਹ ਜਿਵੇਂ ਆਪਣੇ ਨਿਘਾਰ ਵੱਲ ਜਿਹੜੇ ਆ ਉਹ ਦਿਨੋਂ ਦਿਨ ਵੱਧ ਰਹੇ ਸਨ। ਇੱਕ ਤਾਂ ਉਹਨਾਂ ਜੀ ਦੇ ਆਪਣਾ ਬ੍ਰਾਹਮਣਵਾਦ ਦੀ ਕੱਟੜਤਾ, ਉਹਨਾਂ ਦਾ ਬਹੁਦੇਵਵਾਦ, ਇਹਦਾ ਕਰਕੇ ਨਿਘਾਰ ਸੀ। ਦੂਸਰਾ ਇਸਲਾਮ ਦੀ ਜਿਹੜੀ ਚੜ੍ਹਤ ਸੀ ਉਸ ਦੇ ਕਾਰਨ ਵੀ ਇਹ ਸਾਰੇ ਜਿਹੜੇ ਸਾਨੂੰ ਇੱਕ ਨਿਘਾਰ ਦੇ ਵਿੱਚ, ਇਕੱਲਾ ਨਿਘਾਰ ਦੇ ਵਿੱਚ ਨਹੀਂ, ਇੱਕ ਤਰ੍ਹਾਂ ਦੇ ਤਰਸਯੋਗ ਹਾਲਾਤਾਂ ਦੇ ਵਿੱਚ ਜਿਹੜਾ ਵਾ ਉਹ ਆ ਜੀ ਗਏ ਸਨ। ਤੇ ਭਗਤ ਰਾਮਾਨੰਦ ਜੀ ਜਿਹੜੇ ਉਹਨਾਂ ਨੇ ਚੰਗੀ ਤਰ੍ਹਾਂ ਦੇਖ ਲਿਆ ਸੀ ਕਿ ਬ੍ਰਾਹਮਣਵਾਦ ਜਿਹੜੀ ਆਪਣੀ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਆਇਆ ਹੈ, ਉਸ ਦਾ ਕਾਰਨ ਜਿਹੜਾ ਉਹ ਇਸ ਦੇ ਆਪਣੇ ਕਰਮਾਂ ਦੇ ਵਿੱਚ ਹੀ ਜਿਹੜਾ ਉਹ ਪਿਆ ਹੋਇਆ ਹੈ, ਇਸ ਦੇ ਜੀ ਆਪਣੇ ਸਿਧਾਂਤਾਂ ਦੇ ਵਿੱਚ ਹੀ ਜਿਹੜਾ ਵਾ ਉਹ ਪਿਆ ਹੋਇਆ ਹੈ। ਤਾਂ ਜੀ ਕਰਕੇ ਹੀ ਉਹਨਾਂ ਨੇ ਜਿਹੜਾ ਸੀ ਬ੍ਰਾਹਮਣਵਾਦ ਦੇ ਵਿਰੁੱਧ ਜਿਹੜੀ ਆ ਇੱਕ ਸਖਤ ਆਵਾਜ਼ ਆਵਾਜ਼ ਵੀ ਜਿਹੀ ਉਠਾਈ ਜੀ ਕਿ ਉਹਨਾਂ ਨੂੰ ਉਹ ਆਸ਼ਰਮ ਵੀ ਜਿਹੜੇ ਸੀ ਉਹ ਜੀ ਛੱਡਣੇ ਪਏ ਸੀ। ਉਹਨਾਂ ਆਸ਼ਰਮਾਂ ਤੋਂ ਜੀ ਬਾਹਰ ਜਾ ਕੇ ਉਹਨਾਂ ਨੇ ਫਿਰ ਜਿਹੜੀ ਸੀ ਇੱਕ ਭਗਤੀ ਲਹਿਰ ਜਿਹੜੀ ਸੀ ਉਹ ਖੜੀ ਕੀਤੀ ਸੀ। ਹਾਂਜੀ, ਕਿਉਂਕਿ ਜਿਹੜੀ ਸ਼ਸਤਰ ਵਿਦਿਆ ਉਹਨਾਂ ਨੇ ਸ਼ੁਰੂ ਕਰਾਈ ਹੈ, ਉਹ ਵੀ ਇਸੇ ਚੀਜ਼ਾਂ ਨੂੰ ਦੇਖ ਕੇ ਹੀ ਸ਼ੁਰੂ ਕਰਾਈ ਹੋ ਕਿ ਸਹੀ ਬਾਹਰੋਂ ਹੋਇਆ ਆਏ ਜੀ, ਹਮਲਾਵਰਾਂ ਨਾਲ ਉਹ ਲੜਨ ਬਿਲਕੁਲ। ਦੇ ਯੋਗ ਜਿਹੜੇ ਨਹੀਂ ਸੀ ਰਹੇ। ਹਾਂਜੀ ਡਾਕਟਰ ਸਾਹਿਬ ਜੀ, ਭਗਤ ਰਾਮਾਨੰਦ ਜੀ ਦੀ ਕਿੰਨੀ ਬਾਣੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ, ਤੇ ਆਪਾਂ ਨੂੰ ਅੱਜ ਦੇ ਦੌਰ ਦੇ ਵਿੱਚ ਉਹਨਾਂ ਦੀ ਬਾਣੀ ਕੀ ਸੁਨੇਹਾ ਦੇ ਰਹੀ ਹੈ? ਵੈਸੇ ਤਾਂ ਬਾਣੀ ਜਿਹੜੀ ਉਹਨਾਂ ਦੀ ਜੁਗ ਜੁਗ ਅਟੱਲ ਆ, ਪਰ ਅੱਜ ਦੇ ਦੌਰ ਦੇ ਵਿੱਚ ਆਪਾਂ ਕੀ ਸੇਧ ਲੈ ਸਕਦੇ ਹਾਂ ਉਹਨਾਂ ਦੀ ਬਾਣੀ ਤੋਂ?
ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਜਿਹੜਾ ਉਹ ਬਸੰਤ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1195 ਦੇ ਉੱਤੇ ਜਿਹੜਾ ਵਾ ਉਹ ਦਰਜ ਹੈ ਹਨਾ। ਤੇ ਜੀ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ ਰਹਾਓ। ਇਹ ਮਤਲਬ ਕਿ ਉਹਨਾਂ ਦਾ ਜਿਹੜਾ ਇਹ ਵਾਲਾ ਸ਼ਬਦ ਹੈ, ਇਸ ਸ਼ਬਦ ਦੇ ਰਾਹੀਂ ਭਗਤ ਰਾਮਾਨੰਦ ਜੀ ਨੇ ਜਿਹੜਾ ਉਹ ਇਹ ਮਨ ਦੀ ਜਿਹੜੀ ਅਵਸਥਾ ਵਾ ਉਹਦੀ ਜਿਹੜੀ ਆ ਉਹ ਗੱਲ ਕੀਤੀ ਹੈ। ਭਗਤ ਰਾਮਾਨੰਦ ਜੀ ਕਹਿੰਦੇ ਨੇ ਕਿ ਇੱਕ ਵਾਹਿਗੁਰੂ ਦੀ ਬੰਦਗੀ ਦੇ ਨਾਲ ਮੇਰਾ ਮਨ ਜੀ ਜਿਹੜਾ ਵਾ ਹੁਣ ਉਹ ਟਿਕ ਗਿਆ ਏ, ਉਹ ਟਿਕਾਵ ਜੀ ਦੇ ਵਿੱਚ ਜਿਹੜਾ ਵਾ ਉਹ ਚਲਾ ਗਿਆ ਏ। ਹੁਣ ਮੇਰੇ ਮਨ ਦੀ ਅਜਿਹੀ ਸਥਿਤੀ ਹੈ ਕਿ ਇਹ ਹੁਣ ਡੋਲਦਾ ਜਿਹੜਾ ਵਾ ਉਹ ਨਹੀਂ ਹੈ। ਤੇ ਉਹਨਾਂ ਨੇ ਆਪਣੀ ਪਹਿਲੀ ਜਿਹੜੇ ਜਾਂ ਉਸ ਸਮੇਂ ਦਾ ਜਿਹੜਾ ਹਿੰਦੂ ਸਮਾਜ ਸੀ ਉਹਦੀ ਵੀ ਇਸ ਸ਼ਬਦ ਦੇ ਰਾਹੀਂ ਜਿਹੜੀ ਉਹ ਹਾਲਾਤ ਦੱਸੀ ਸੀ। ਜਿਵੇਂ ਉਹਨਾਂ ਕਿਹਾ ਹੈ ਕਿ ਇੱਕ ਦਿਵਸ ਮਨ ਭਈ ਉਮੰਗ ਘਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਕਹਿੰਦੇ ਕਿ ਜਿਸ ਬ੍ਰਹਮ ਨੂੰ ਮੰਦਿਰ ਚੋਂ ਲੱਭਣ ਦੇ ਲਈ ਜਿਹੜਾ ਲੋਕ ਜਾਂਦੇ ਨੇ, ਪਰ ਵਾਹਿਗੁਰੂ ਨੇ ਮੇਰੇ ਤੇ ਅਜਿਹੀ ਕਿਰਪਾ ਕੀਤੀ ਹੈ। ਭਗਤ ਰਾਮਾਨੰਦ ਜੀ ਕਹਿੰਦੇ ਕਿ ਉਹ ਬ੍ਰਹਮ ਜਿਹੜਾ ਸੀ ਉਹ ਮੈਨੂੰ ਮੇਰੇ ਹਿਰਦੇ ਦੇ ਵਿੱਚ ਹੀ ਜਿਹੜਾ ਵਾ ਉਹ ਲੱਭ ਗਿਆ ਹੈ। ਮੇਰੇ ਹਿਰਦੇ ਦੇ ਜੀ ਵਿੱਚ ਹੀ ਮੈਨੂੰ ਉਹ ਬ੍ਰਹਮ ਜਿਹੜਾ ਵਾ ਉਹ ਦਿਖ ਗਿਆ ਹੈ। ਅੱਗੇ ਭਗਤ ਰਾਮਾਨੰਦ ਜੀ ਕਹਿੰਦੇ ਨੇ ਜਹਾਂ ਜਾਈਏ ਤਹ ਜਲ ਪਖਾਨ ਤੂੰ ਪੂਰ ਰਹਿਓ ਇਹ ਸਭ ਸਮਾਨ ਵੇਦ ਪੁਰਾਣ ਸਭ ਦੇਖੇ ਜੋਈ ਊਹਾ ਤਉ ਜਾਈਏ ਜੋ ਇਹਾ ਨਾ ਹੋਏ। ਭਗਤ ਜੀ ਰਾਮਾਨੰਦ ਜੀ ਨੇ ਇੱਥੇ ਜਿਹੜੇ ਤੀਰਥ ਸਨ, ਮੰਦਿਰ ਸਨ, ਉਹਨਾਂ ਤੇ ਕਟਾਕਸ਼ ਕੀਤਾ ਹੈ ਕਿ ਤੀਰਥਾਂ ਮੰਦਿਰਾਂ ਤੇ ਤਾਂ ਜਾਈਏ ਜੇ ਰੱਬ ਉੱਥੇ ਰਹਿੰਦਾ ਹੋਵੇ। ਜੀ ਹਨਾ, ਕਹਿੰਦੇ ਕਿ ਰੱਬ ਜਿਹੜਾ ਉਹ ਉਹਨਾਂ ਨੇ ਇਹੋ ਜਿਹੀਆਂ ਜਗ੍ਹਾ ਦੇ ਉੱਤੇ ਜਿੱਥੇ ਸਰਗੁਣ ਭਗਤੀ ਹੈ, ਜਿੱਥੇ ਪ੍ਰਮਾਤਮਾ ਦੇ ਸਰੂਪ ਨੂੰ ਹੀ ਤੁਸੀਂ ਤੋੜ ਦਿੱਤਾ ਹੈ ਨਾ, ਉਸ ਦਾ ਉਹ ਸਰੂਪ ਹੀ ਨਹੀਂ ਰਹਿਣ ਦਿੱਤਾ, ਪ੍ਰਮਾਤਮਾ ਨੂੰ ਤੁਸੀਂ ਸਮਝ ਹੀ ਨਹੀਂ ਸਕੇ। ਉਹੋ ਜਿਹੀ ਜੀ ਜਗ੍ਹਾ ਤੇ ਪ੍ਰਮਾਤਮਾ ਨੇ ਥੋੜੀ ਰਹਿਣਾ ਹੈ। ਉਹ ਕਹਿੰਦੇ ਕਿ ਉਹ ਪ੍ਰਮਾਤਮਾ ਤਾਂ ਸਭ ਥਾਂ ਵਿਆਪਕ ਹੈ, ਉਹ ਸਿਰਫ ਇਕੱਲੇ ਤੁਹਾਡੇ ਮੰਦਿਰ ਤੱਕ ਜਿਹੜਾ ਵਾ ਉਹ ਨਹੀਂ ਸੀਮਿਤ ਸੀ ਨਹੀਂ ਸਰ ਹੈ। ਭਗਤ ਜੀ ਜੀ ਕਹਿੰਦੇ ਮੈਂ ਤਾਂ ਵੇਦ ਵੀ ਦੇਖ ਲਏ ਨੇ, ਮੈਂ ਪੁਰਾਣ ਵੀ ਦੇਖ ਲਏ ਨੇ, ਸਭ ਪੜ੍ਹ ਕੇ ਮੈਂ ਅਧਿਐਨ ਕਰਕੇ ਵੇਖ ਲਿਆ, ਪਰ ਸਮਝ ਇਹ ਪਈ ਹੈ ਕਿ ਨਾ ਤੀਰਥਾਂ ਤੇ ਜਾਣ ਦੀ ਲੋੜ ਹੈ, ਨਾ ਮੰਦਿਰਾਂ ਤੇ ਜਾਣ ਦੀ ਲੋੜ ਹੈ। ਪਰਮਾਤਮਾ ਦਾ ਨਿਵਾਸ ਜਿਹੜਾ ਵਾ ਉਹ ਤਾਂ ਇੱਕ ਸ਼ੁੱਧ ਹਿਰਦੇ ਦੇ ਵਿੱਚ ਜਿਹੜਾ ਵਾ ਉਹ ਹੋਣਾ ਹੈ। ਊਹਾ ਤੋਂ ਜਾਈਏ ਜੋ ਇਹਾ ਨਾ ਹੋਏ। ਜੇ ਪ੍ਰਮਾਤਮਾ ਹਿਰਦੇ ਵਿੱਚ ਨਾ ਰਹਿੰਦਾ ਹੋਵੇ ਤਾਂ ਫਿਰ ਜੀ ਉਹ ਜਗ੍ਹਾ ਦੇ ਉੱਤੇ ਜਾਈਏ। ਪ੍ਰਮਾਤਮਾ ਦਾ ਨਿਵਾਸ ਜਿਹੜਾ ਉਹ ਤਾਂ ਸਾਡੇ ਅੰਦਰ ਹੈ। ਅੱਗੇ ਉਹਨਾਂ ਨੇ ਬਾਣੀ 'ਚ ਜ਼ਿਕਰ ਕੀਤਾ ਕਿ ਸਤਿਗੁਰ ਮੈਂ ਬਲਿਹਾਰੀ ਤੋਰ ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ ਰਾਮਾ ਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਕਹਿਣ ਲੱਗੇ ਕਿ ਮੈਂ ਉਸ ਵਾਹਿਗੁਰੂ ਤੋਂ ਜਿਹੜਾ ਵਾ ਉਹ ਬਲਿਹਾਰੇ ਜਾਂਦਾ ਵਾਂ ਜਿਸ ਨੇ ਬ੍ਰਾਹਮਣਵਾਦ ਵਾਲੇ ਸਾਰੇ ਮੇਰੇ ਭੁਲੇਖੇ ਜਿਹੜੇ ਨੇ ਉਹ ਕੱਢ ਦਿੱਤੇ ਨੇ। ਮੈਂ ਵਾਹਿਗੁਰੂ ਦੀ ਕਿਰਪਾ ਸਦਕਾ ਬਾਣੀ ਦੇ ਸ਼ਬਦ ਰਾਹੀਂ ਜਿਹੜਾ ਵਾ ਆਪਣੇ ਕੀਤੇ ਹੋਏ ਕਰੋੜਾਂ ਪਾਪਾਂ ਨੂੰ ਜਿਹੜਾ ਵਾ ਉਹ ਖਤਮ ਕਰਵਾ ਲਿਆ ਹੈ। ਭਗਤ ਰਾਮਾਨੰਦ ਜੀ ਨੇ ਇੱਥੇ ਸ਼ਬਦ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਸ਼ਬਦ ਜਿਹੜਾ ਵਾ ਉਹੀ ਤੁਹਾਡੇ ਸਾਰੇ ਕਰਮ ਜਿਹੜੇ ਆ ਉਹ ਕੱਟ ਸਕਦਾ ਹੈ। ਇਸ ਤਰ੍ਹਾਂ ਭਗਤ ਜੀ ਰਾਮਾਨੰਦ ਜੀ ਨੇ ਆਪਣੇ ਇਸ ਇੱਕ ਸ਼ਬਦ ਦੇ ਰਾਹੀਂ ਜਿੱਥੇ ਬ੍ਰਾਹਮਣਵਾਦ ਜਿਹੜਾ ਸੀ ਉਸ ਦੇ ਚੁੰਗਲ 'ਚ ਫਸੇ ਹੋਏ ਲੋਕ ਜਿਹੜੇ ਨੇ ਉਹਨਾਂ ਨੂੰ ਸ਼ਬਦ ਵਾਲੇ ਪਾਸੇ ਆਉਣ ਦੇ ਲਈ ਕਿਹਾ। ਉੱਥੇ ਹੀ ਉਹਨਾਂ ਨੇ ਕਿਹਾ ਕਿ ਇੱਕ ਪਰਮਾਤਮਾ ਦੀ ਜਿਹੜੀ ਬੰਦਗੀ ਹੈ ਉਹਦੇ ਨਾਲ ਹੀ ਜਿਹੜਾ ਮਨ ਜਿਹੜਾ ਵਾ ਉਹ ਟਿਕ ਸਕਦਾ ਹੈ। ਤੇ ਜਿੰਨਾ ਚਿਰ ਮਨ ਨਹੀਂ ਟਿਕਦਾ ਉਹਨਾਂ ਚਿਰ ਜਿਹੜਾ ਵਾ ਮਨੁੱਖ ਇੱਕ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਜਿਹੜਾ ਵਾ ਉਹ ਜੀ ਨਹੀਂ ਲੱਗ ਸਕਦਾ। ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦਾ ਸਮਾਂ ਜਿਹੜਾ ਅਜਿਹਾ ਸਮਾਂ ਹੈ ਕਿ ਜਿਸ ਸਮੇਂ ਦੇ ਵਿੱਚ ਸਾਰੀ ਖੇਡ ਹੀ ਜਿਹੜੀ ਆ ਉਹ ਮਨ ਦੀ ਚੱਲ ਰਹੀ ਹੈ। ਜਿੱਥੇ ਜੀ ਲੋਕ ਸ਼ਬਦ ਤੋਂ ਦੂਰ ਨੇ, ਗੁਰੂ ਤੋਂ ਦੂਰ ਨੇ। ਗੁਰਬਾਣੀ ਨੇ, ਸਿੱਖ ਪੰਥ ਨੇ ਜਿਹੜਾ ਵਾ ਉਹ ਜਿਹੜਾ ਸਿਧਾਂਤ ਦਿੱਤਾ ਹੈ ਉਹ ਗੁਰਮੁਖ ਦਾ ਸਿਧਾਂਤ ਜਿਹੜਾ ਵਾ ਉਹ ਦਿੱਤਾ ਹੈ। ਤੇ ਜਿਹੜੇ ਗੁਰਮੁਖ ਤੋਂ ਉਲਟ ਮਨ ਦੇ ਪਿੱਛੇ ਚੱਲਦੇ ਨੇ ਉਹਨਾਂ ਨੂੰ ਗੁਰਬਾਣੀ ਨੇ ਜਿਹੜਾ ਵਾ ਉਹ ਮਨਮੁਖ ਜਿਹੜਾ ਵਾ ਉਹ ਜੀ ਕਿਹਾ ਹੈ। ਤੇ ਭਗਤ ਰਾਮਾਨੰਦ ਜੀ ਨੇ ਇੱਥੇ ਸਾਰੇ ਸ਼ਬਦ ਦੇ ਵਿੱਚ ਮਨਮੁਖ ਤੇ ਗੁਰਮੁਖ ਦੀ ਹੀ ਜਿਹੜੀ ਆ ਉਹ ਗੱਲ ਕੀਤੀ ਹੈ। ਅਜੋਕੇ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਮਨ ਦੀ ਭਟਕਣਾ ਹੈ। ਤੇ ਜੀ ਮਨ ਜਿਹੜਾ ਵਾ ਹੁਣ ਵਾਲੇ ਮਨੁੱਖ ਦਾ ਜਿਹੜਾ ਉਹ ਡੋਲ ਚੁੱਕਾ ਹੈ। ਲੋਕ ਜਿਹੜੇ ਆ ਉਹ ਮਨ ਦੇ ਅਨੁਸਾਰ ਹੀ ਜਿਹੜੇ ਆ ਉਹ ਚੱਲਦੇ ਨੇ। ਪਰ ਭਗਤ ਚੱਲਦੇ ਨੇ ਜੀ ਰਾਮਾਨੰਦ ਜੀ ਕਹਿੰਦੇ ਕਿ ਜੇ ਤੁਸੀਂ ਸ਼ਬਦ ਦੀ ਸ਼ਰਨ ਦੇ ਵਿੱਚ ਆਓਗੇ, ਗੁਰਬਾਣੀ ਦੀ ਸ਼ਰਨ ਦੇ ਵਿੱਚ ਆਓਗੇ ਤਾਂ ਤੁਹਾਡਾ ਮਨ ਜਿਹੜਾ ਵਾ ਉਹ ਟਿਕ ਜਾਵੇਗਾ। ਤੇ ਜਾਤ ਇਹ ਮਨ ਟਿਕ ਗਿਆ, ਮਨ ਸਥਿਰ ਹੋ ਗਿਆ, ਮਨ ਡੋਲਣੋਂ ਹਟ ਗਿਆ ਤਾਂ ਉਦੋਂ ਇਹ ਪੂਰਾ ਸੰਸਾਰ ਵੀ ਡੋਲਣੋਂ ਹਟ ਜਾਵੇਗਾ। ਇਹ ਪੂਰਾ ਸੰਸਾਰ ਵੀ ਸਥਿਰ ਹੋ ਜਾਵੇਗਾ। ਇਹ ਪੂਰਾ ਸੰਸਾਰ ਵੀ ਜਿਹੜਾ ਉਹ ਟਿਕ ਜਾਵੇਗਾ। ਤੇ ਜਿਸ ਦਿਨ ਜੀ ਪੂਰਾ ਸੰਸਾਰ ਟਿਕ ਗਿਆ ਉਸ ਦਿਨ ਇਹ ਈਰਖਾ, ਦਵੈਸ਼, ਜੰਗਾਂ, ਭੁੱਖਮਰੀ, ਇਹ ਗਰੀਬੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਆਪ ਹੀ ਜਿਹੜੀਆਂ ਉਹ ਖਤਮ
ਜਿਹੜੀਆਂ ਵਾ ਉਹ ਹੋ ਜਾਣਗੀਆਂ। ਇਹ ਸਾਰੀ ਦੀ ਸਾਰੀ ਜਿਹੜੀ ਚੰਦਰੀ ਖੇਡ ਇਹ ਮਨ ਦੀ ਹੀ ਹੈ। ਤਾਂ ਹੀ ਭਗਤ ਰਾਮਾਨੰਦ ਜੀ ਨੇ ਜਿਹੜਾ ਵਾ ਆਪਣੇ ਸ਼ਬਦ ਦੇ ਆਖਰੀ ਤੁਕ ਦੇ ਵਿੱਚ ਹੀ ਬਿਆਨ ਕੀਤਾ ਹੈ ਕਿ ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਕਿ ਗੁਰੂ ਦਾ ਸ਼ਬਦ ਹੀ ਇੱਕ ਅਜਿਹਾ ਜਿਸ ਨੇ ਸਾਡੇ ਕਰੋੜਾਂ ਕਰਮ ਜਿਹੜੇ ਨੇ, ਪਾਪ ਜਿਹੜੇ ਨੇ ਉਹਨਾਂ ਨੂੰ ਕੱਟਣਾ ਹੈ। ਤਾਂ ਉਦੋਂ ਹੀ ਫਿਰ ਸਾਡਾ ਮਨ ਜਿਹੜਾ ਵਾ ਉਹ ਅਡੋਲ ਅਵਸਥਾ ਦੇ ਵਿੱਚ ਜਿਹੜਾ ਵਾ ਉਹ ਹੋਵੇਗਾ। ਧੰਨਵਾਦ ਡਾਕਟਰ ਸਾਹਿਬ ਜੀ ਤੁਹਾਡਾ। ਤੇ ਆਪਾਂ ਫਿਰ ਜਲਦੀ ਹਾਜ਼ਰ ਹੋਵਾਂਗੇ ਇਸੇ ਹੀ ਲੜੀ ਦਾ ਅਗਲਾ ਜਿਹੜਾ ਆ ਉਹ ਪ੍ਰੋਗਰਾਮ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We are one of Australia's largest home builders, winning over 100 industry awards. With our upfront pricing and fixed price contracts, we are the best price guarantee. We provide our customers with high quality steel frame homes, solar hot waters, and the best premium Italian home appliances with over 17-month maintenance period. Our floor plans can be redesigned to suit your needs. We provide over 1,500 customizable floor plans available online with pricing. So, jump on to Dixon Home website today or call us for more information. Sing Celebrant Weddings, naming, याद रखो Sing Celebrant। बुकिंग ਲਈ ਮਨਪ੍ਰੀਤ ਸਿੰਘ ਨੂੰ ਕਾਲ ਕਰੋ 0423 359 279 0423 359 279। Sing Celebrant। ਸਿੰਘ ਸਵੀਟਸ ਪੰਜਾਬੀ ਰੈਸਟੋਰੈਂਟ, ਦੇਸੀ ਘਿਓ ਦੀ ਬਣੀ ਸ਼ੁੱਧ ਮਠਿਆਈ ਅਤੇ ਹਰ ਤਰ੍ਹਾਂ ਦੇ ਪੰਜਾਬੀ ਪਕਵਾਨਾਂ ਲਈ ਯਾਦ ਰੱਖੋ ਸਿੰਘ ਸਵੀਟਸ। ਟੇਕ ਵੇ ਜਾਂ ਡਾਈਨ ਇਨ ਕਰਨਾ ਹੋਵੇ ਹਮੇਸ਼ਾ ਖੁੱਲੀ ਪਾਰਕਿੰਗ ਮਿਲੇਗੀ। ਬਲਕ ਆਰਡਰ ਜਾਂ ਫੈਮਿਲੀ ਡਿਨਰ ਕਰਨਾ ਹੋਵੇ ਫੋਨ ਕਰੋ 0417 578 287। ਨੰਬਰ 5 ਕਨੈਕਟ ਰੋਡ, ਟਰੁਗਨੀਨਾ, ਪਾਲਮਰਸ ਰੋਡ ਅਤੇ ਡਹਰਟੀਜ਼ ਰੋਡ ਦੇ ਕਾਰਨਰ ਦੇ ਉੱਤੇ ਸਿੰਘ ਸਵੀਟਸ ਪੰਜਾਬੀ ਰੈਸਟੋਰੈਂਟ।